A1 TV ਦੇ ਪ੍ਰੋਗਰਾਮ ਥੜਾ ਸਿਆਸਤ ਦੇ ਨਾਲ ਮੈਂ ਤੁਹਾਡਾ ਬੇਲੀ ਅਹਿਮਦ ਲਤੀਫ ਤੇ ਅੱਜ ਸਾਡੇ ਨਾਲ ਮੌਜੂਦ ਨੇ ਅਖਤਰ ਤਜ਼ੀਨ। ਜਨਾਬ ਅਖਤਰ ਤਜ਼ੀਨ ਸਾਡੇ ਪੁਰਾਣੇ ਸੰਗੀ ਨੇ ਔਰ ਕਈ ਅਵਾਮੀ ਅਖਬਾਰ, ਸਭ ਨਾਲੋਂ ਵੱਡਾ ਅਵਾਮੀ ਅਖਬਾਰ ਖਬरें ਉਹਦੇ ਐਡੀਟਰ ਇਸਲਾਮਾਬਾਦ ਦੇ ਤੇ ਲਾਹੌਰੂ ਸਾਡੇ ਨਾਲ ਆਏ ਸਨ ਤੇ ਨਾਲ ਅਸੀਂ ਅੱਗੇ ਪਿਛੜ ਆਉਂਦੇ ਰਹੇ ਤੇ ਅਸੀਂ ਇਸਲਾਮਾਬਾਦ ਵਿੱਚ ਮੌਜੂਦ ਹਾਂ। ਔਰ ਸਹੀ ਜਿਹੜੇ ਸਾਫੀ ਹੁੰਦੇ ਨਾ, ਵਰਕਿੰਗ ਜਰਨਲਿਸਟ ਜਿਨ੍ਹਾਂ ਨੂੰ ਕਹਿੰਦੇ ਆ, ਅਦਾਕਾਰ ਨਹੀਂ, ਅਸੀਂ ਸਾਫੀ ਹੈਗੇ ਹਾਂ ਤੇ ਇਹ ਹੀ ਅਸਾਂ ਕੰਮ ਕੀਤਾ ਤੇ ਪ੍ਰਿੰਟ ਮੀਡੀਆ, ਫਿਰ ਇਲੈਕਟ੍ਰੋਨਿਕ ਮੀਡੀਆ, ਫਿਰ ਇਹ ਸਾਰੇ ਕੰਮ ਅਸੀਂ ਕਰਨੇ ਆ ਤੇ ਸਾਨੂੰ ਮੈਂ ਸਮਝਦਾ ਕਿਧਰੇ ਵੀ ਹੁੰਦਾ ਨਾ ਲਿਟਰੇਚਰ ਦੇ ਲੋਕ ਹੋਵਣ ਨਾ ਤੇ ਉਹ ਆਉਂਦੇ ਤੇ 3 ਸਲਿੱਪਾਂ ਤੋਂ ਬਾਅਦ ਉਹ ਥੱਕਦੇ ਨਹੀਂ। ਉਹ ਕੋਈ 10, 20, 25, 50 ਸਲਿੱਪਾਂ ਵੀ ਲਿਖ ਲੈਂਦੇ ਨੇ ਤੇ ਥੱਕਦੇ ਨਹੀਂ। ਇਸ ਗੱਲ ਨਹੀਂ ਥੱਕਦੇ ਕਿ ਉਹਨਾਂ ਕੁਝ ਪੜ੍ਹਿਆ ਲਿਖਿਆ ਹੁੰਦਾ। ਇਹ ਚਲੋ ਇਹ ਬਹਿਸ ਫੇਰ ਕਰਾਂਗੇ। अस्सलाम वालेकुम अख्तर तज़ीन साहब। जी वालेकुम सलाम। लब्बैक ਦਾ ਮੌਸਮ ਹੈ। हाँ जी, लब्बैक सब कर रहे ने, ਅਸੀਂ ਵੀ ਕਰਨੇ ਆ। ਔਰ ਕੌਣ ਹੈ ਜਿਹੜਾ ਨਹੀਂ ਕਰਦਾ लब्बैक या रसूल अल्लाह। जी हाँ। ਪਰ ਇਹ ਹੁੰਦਾ ਕੀ ਹੈ ਪਿਆ, ਇੱਕ ਐਸਾ ਸਾਫੀ ਜਿਹਨੇ ਸਾਰੀ ਜ਼ਿੰਦਗੀ ਇਹਨਾਂ ਲੋਕਾਂ ਨੂੰ ਕਵਰ ਕੀਤਾ, ਇਹਨਾਂ ਨੂੰ ਇੰਟਰਵਿਊ ਕੀਤਾ। ਇਹ ਮਜ਼ਹਬੀ ਸਿਆਸਤ ਜਿਹੜੀ ਹੈ ਉਹ ਹੁੰਦੀ ਹੈ, ਨਹੀਂ ਹੁੰਦੀ, ਕਿਉਂ ਹੁੰਦੀ ਹੈ, ਕੌਣ ਕਰਦਾ ਹੈ, ਕਿਸ ਨਾਲ ਕਰਦਾ ਹੈ, ਉਹ ਵੀ ਸਾਰਾ ਸਾਨੂੰ ਪਤਾ ਹੈ। ਤੇ ਤੁਸੀਂ ਦੱਸੋ ਹਾਂ ਸਾਡੇ ਸੁਣਨ ਵਾਲਿਆਂ ਨੂੰ ਇਹ ਕੀ ਹੈ? ਇਹ ਬਿਲਕੁਲ ਇੱਕ ਨਾਕਾਮੀ ਹੈ ਜੀ ਸਾਡੇ ਸਾਰੇ ਸਿਸਟਮ ਦੀ। ਤੇ ਦੂਸਰਾ ਇਹਦੇ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਡੇ ਸਿਸਟਮ ਦੇ ਵਿੱਚ ਜਿਹੜੇ ਫੈਸਲਾ ਸਾਜ਼ ਕੁਵਤਾਂ ਨੇ ਉਹ ਕਿਸੇ ਵੀ ਸਤ੍ਹਾ ਦੇ ਉੱਤੇ ਨੇ, ਭਾਵੇਂ ਉਹ ਯੂਨੀਫਾਰਮ 'ਚ ਨੇ, ਭਾਵੇਂ ਉਹ ਸਿਵਲ 'ਚ ਨੇ, ਭਾਵੇਂ ਉਹ ਦੌਲਤ ਦੀ ਸ਼ਕਲ ਵਿੱਚ ਨੇ, ਕੋਈ ਵੀ ਸੂਰਤ ਹੈ ਉਹਦੀ, ਉਹ ਆਪਣੇ ਉਸ ਇਖਤਿਆਰ ਦਾ ਐਸਾ ਇਸਤੇਮਾਲ ਕਰ ਰਹੇ ਨੇ ਜਿਹਦੇ ਵਿੱਚ ਕੋਈ ਅੱਛਾਈ ਦੀ ਤਵੱਕੋ ਹੁਣ ਨਜ਼ਰ ਨਹੀਂ ਆ ਰਹੀ। ਰੰਗਬਾਜ਼ੀ ਚੱਲ ਰਹੀ ਹੈ, ਚੱਕਰਬਾਜ਼ੀ ਚੱਲ ਰਹੀ ਹੈ। ਇੱਕ ਦੂਜੇ ਨੂੰ ਨੀਚਾ ਦਿਖਾਉਣ ਵਾਸਤੇ ਉਹ ਰਿਆਸਤ ਨੂੰ ਤੇ ਰਿਆਸਤ ਦੇ ਆਵਾਮ ਨੂੰ ਉਹਨਾਂ ਨੇ ਬਿਲਕੁਲ ਬੇਯਾਰੋ ਮਦਦਗਾਰ ਛੱਡ ਛੜਿਆ ਹੈ। ਤੁਹਾਡੇ ਸਾਹਮਣੇ ਸੂਰਤ ਹਾਲ ਹੈ। ਉਹ ਉਹਨਾਂ ਨੇ ਲਾਹੌਰ ਨੂੰ ਚੱਲਣਾ ਸੀ ਤੇ ਉਹ ਉੱਥੋਂ ਚੱਲੇ ਤੇ ਫਿਰ ਜੋ ਹੋਇਆ, 4 ਪੁਲਿਸ ਵਾਲੇ ਹੁਣ ਤੱਕ ਮਾਰੇ ਜਾ ਚੁੱਕੇ ਨੇ ਤੇ TLP ਦਾ ਇਹ ਦਾਵਾ ਹੈ ਕਿ ਉਹਨਾਂ ਦੇ ਵੀ ਬੰਦੇ ਮਾਰੇ ਗਏ ਨੇ। ਤੁਸੀਂ ਮੈਨੂੰ ਇਹ ਦੱਸੋ ਕਿ ਇਹ ਕੋਈ ਇੰਡੀਆ ਪਾਕਿਸਤਾਨ ਦੀ ਜੰਗ ਹੋ ਰਹੀ ਹੈ, ਕੋਈ ਕੁਫਰ ਤੇ ਇਸਲਾਮ ਦਾ ਮਾਰਕਾ ਹੈ? ਉਹ ਯਾਰ ਤੁਸੀਂ ਸਾਰੇ ਪਾਕਿਸਤਾਨੀ ਹੋ ਤੇ ਇਹਦੇ ਵਿੱਚ ਅਗਰ ਹੁਕੂਮਤ ਜਿਹੜੀ ਹੈ, ਹੁਣ ਤੁਹਾਡੇ ਸਾਹਮਣੇ ਤਾਰੀਖ ਵੀ ਹੈ ਨਾ, TLP ਵਾਲੇ ਪਹਿਲੇ ਵੀ ਆਉਂਦੇ ਰਹੇ। ਉਸ ਵੇਲੇ ਇਹੀ ਲੋਕ ਜਿਹੜੇ ਨੇ, ਸ਼ੇਖ ਰਸ਼ੀਦ ਸਾਹਿਬ ਮੁਜਾਹਿਦ ਖਤਮ ਨਬੂਵਤ ਬਣ ਕੇ ਰਕਸ਼ਿਆਂ ਦੇ ਪਿੱਛੇ ਨਾ ਫੋਟੋਆਂ ਆਪਣੀਆਂ ਲਵਾ ਛੜੀਆਂ ਤੇ ਇਹ TLP ਦੇ ਸਭ ਤੋਂ ਵੱਡੇ ਸਰਪ੍ਰਸਤ ਸਨ ਉਸ ਵੇਲੇ ਇਮਰਾਨ ਖਾਨ ਸਾਹਿਬ, ਨਾਲ ਮਰੀਮ ਦੇ ਸਫਦਰ ਵੀ ਹੁੰਦੇ ਸਨ। ਠੀਕ ਹੈ। ਤੇ ਫਿਰ ਆਪਣੇ ਜਿਹੜੇ ਨੇ ਉਹਨਾਂ ਨੂੰ ਫਿਰ ਜਿਸ ਤਰ੍ਹਾਂ ਇੱਥੋਂ ਰੁਖਸਤ ਕੀਤਾ ਗਿਆ, ਕੋਈ 3 ਦਫਾ ਤੇ ਉਹਨਾਂ ਦੇ ਨਾਲ ਉਹ ਰਿਟਰਨ ਤਹਿਰੀਰੀ ਮੁਆਹਦੇ ਕੀਤੇ ਹੁਕੂਮਤਾਂ ਨੇ। ਉਹਦੇ ਬਾਅਦ ਉਹ ਸਾਨੂੰ ਉਸ ਵੇਲੇ ਪਤਾ ਹੁੰਦਾ ਸੀ ਕਿ ਇਹ ਤਹਿਰੀਰੀ ਮੁਆਹਦਾ ਸਿਰਫ ਉਹਨਾਂ ਨੂੰ ਵਾਪਸ ਭੇਜਣ ਵਾਸਤੇ ਕੀਤਾ ਜਾ ਰਿਹਾ ਹੈ ਤੇ ਅਮਲ ਕੋਈ ਨਹੀਂ ਹੋਣਾ। ਲਿਹਾਜ਼ਾ ਫਿਰ ਆ ਗਏ। ਹੁਣ ਫਿਰ ਤੁਹਾਡੇ ਸਾਹਮਣੇ 10 ਦਿਨ ਤੋਂ ਲੋਕ ਜਿਹੜੇ ਨੇ ਔਰ ਯਰਗਮਾਲ ਨੇ ਆਪਣੇ ਘਰਾਂ। ਅੱਛਾ, ਲੈਣ ਕੇ ਆਏ ਵੈਸੇ ਦੱਸੋ ਤੇ ਸਹੀ ਨਾ, ਲੋਕਾਂ ਨੂੰ ਪਤਾ ਤਾਂ ਲੱਗੇ ਕੀ ਲੈਣ ਆਏ। ਦੇਖੋ ਨਾ, ਜਿਹੜਾ ਫਰਾਂਸ ਲੈਣ ਆਏ ਨੇ, ਕਿਹੜੇ ਕੰਮ ਨੂੰ? ਫਰਾਂਸ ਹੈ, ਉਹਨੇ ਉੱਥੇ ਖਾਕੇ ਗੁਸਤਾਖਾਨਾ ਖਾਕੇ ਪਬਲਿਸ਼ ਕੀਤੇ ਗਏ। ਉੱਥੋਂ ਤੱਕ ਇੱਕ ਗੱਲ ਸੀ, ਲੇਕਿਨ ਮਜ਼ੀਦ ਖਰਾਬੀ ਉਸ ਵੇਲੇ ਪੈਦਾ ਹੋਈ ਜਿਸ ਵੇਲੇ ਫਰਾਂਸ ਦਾ ਸਦਰ ਮੈਕਰੋਨ ਜਿਹੜਾ ਜੀ, ਉਹਨੇ ਵੀ ਉਹ ਖਾਕੇ ਸ਼ਾਇ ਕਰਨ ਵਾਲੇ ਗੁਸਤਾਖਾਂ ਦੀ ਹਿਮਾਇਤ ਕਰ ਦਿੱਤੀ ਜੀ। ਤੇ ਉਹਨੇ ਵੀ ਕਿਹਾ ਜੀ ਇਹ ਇੱਥੇ ਇਜ਼ਹਾਰੇ ਰਾਏ ਦੀ ਆਜ਼ਾਦੀ ਹੈ ਜੀ ਤੇ ਅਸੀਂ ਕੁਛ ਨਹੀਂ ਕਰ ਸਕਦੇ। ਤੇ ਉਹਨੇ ਵੀ ਐਸਾ ਰਵੱਈਆ ਇਖਤਿਆਰ ਕੀਤਾ ਕਿ ਜਿਹੜਾ ਇੱਕ P5 ਜਿਹੜਾ ਮਤਲਬ ਕਿ ਸਲਾਮਤੀ ਕੌਂਸਲ ਦੇ ਮੁਸਕਿਲ ਰੁਕਨ ਮੁਲਕ ਦੇ ਸਦਰ ਦੇ ਸ਼ਾਇਆਨੇ ਸ਼ਾਨ ਬਿਲਕੁਲ ਨਹੀਂ ਸੀ। ਬਿਲਕੁਲ। ਲਿਹਾਜ਼ਾ ਉਹਨੇ ਮਜ਼ੀਦ ਮੁਸ਼ਤਿਲ ਕੀਤਾ ਜੀ। ਚਲੋ ਅਖਬਾਰਾਂ 'ਚ ਛਪਿਆ, ਉਹਦੇ ਉੱਤੇ ਮੁਸਲਮਾਨਾਂ ਨੇ ਤੇ ਪਾਕਿਸਤਾਨੀਆਂ ਨੇ ਖਾਸ ਤੌਰ ਤੇ ਰੱਦ ਅਮਲ ਆਪਣਾ ਦਿੱਤਾ। ਲੇਕਿਨ ਜਿਸ ਵੇਲੇ ਉਸ ਮੁਲਕ ਦੇ ਸਦਰ ਨੇ ਵੀ ਇੱਕ ਜਿਹੜਾ ਚਵਲ ਮਾਰ ਦਿੱਤੀ ਜੀ, ਬਿਲਕੁਲ ਚਵਲ, ਠੀਕ ਹੈ, ਤੇ ਫਿਰ ਸਾਡੇ ਮੁਸਲਮਾਨਾਂ ਦੇ ਜਜ਼ਬਾਤ ਜ਼ਿਆਦਾ ਮੁਸ਼ਤਿਲ ਹੋਏ। ਤੇ ਇਸ ਗੱਲੇ TLP ਵਾਲੇ ਜਿਹੜੇ ਲੋਕ ਨੇ ਜੀ, ਉਹ ਕੋਈ ਇਹਦੇ 'ਚ ਇਕੱਲੇ ਨਹੀਂ ਹੈ। ਬਿਲਕੁਲ, ਸਾਡੇ ਵੀ, ਮੇਰੇ ਵੀ ਜਜ਼ਬਾਤ ਮੁਸ਼ਤਿਲ ਨੇ। ਬਿਲਕੁਲ, ਮੈਂ ਵੀ ਫਰਾਂਸ ਦੇ ਸਦਰ ਨੂੰ ਚਵਲ ਕਹਿੰਦਾ ਵਾਂ ਕਿਉਂਕਿ ਉਹਨੂੰ ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਹੀ ਕੋਈ ਨਹੀਂ, ਜਾਂ ਉਹਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਕਿ ਉਹ ਇੱਕ ਜ਼ਿੰਮੇਦਾਰ ਐਡੇ ਵੱਡੇ ਆਬਾਦੀ ਨੂੰ ਮੁਸ਼ਤਿਲ ਕਰ ਰਿਹਾ ਹੈ। ਮੁਸਲਮਾਨ ਕੋ ਛੋਟੇ ਜਿਹੇ ਤੇ ਨਹੀਂ ਨਾ, ਥੋੜੇ ਜਿਹੇ ਨਹੀਂ ਹੈ। ਅੱਛਾ, ਤੇ ਉਹਦੇ ਉੱਤੇ ਫਿਰ TLP ਵਾਲਿਆਂ ਨਾਲ ਮੁਆਹਦੇ ਹੁੰਦੇ ਰਹੇ, ਉਹ ਖਿਲਾਫ ਵਰਜ਼ੀ ਹੁੰਦੀ ਰਹੀ। ਉਹਨਾਂ ਦਾ ਇੱਕ ਮੁਤਾਲਬਾ ਹੈ ਕਿ ਫਰਾਂਸ ਦੇ ਸਫੀਰ ਨੂੰ ਇੱਥੋਂ
ਛੁੱਡਾ ਮਾਰੋ ਤੇ ਬਾਹਰ ਕੱਢੋ ਜੀ, ਤਾਂ ਕਿ ਤੁਹਾਡਾ ਇਹਤਜਾਜ ਸਹੀ ਤਰੀਕੇ ਨਾਲ ਰਜਿਸਟਰ ਹੋਵੇ। ਉਹਦੇ ਉੱਤੇ ਹੁਣ ਹੁਕੂਮਤਾਂ ਜਿਹੜੀਆਂ ਨੇ, ਇਹ ਖਾਸ ਤੌਰ ਤੇ ਇਸ ਹੁਕੂਮਤ ਦੇ ਵਿੱਚ 2 ਦਫਾ ਹੋ ਚੁੱਕਿਆ ਕਿ ਬਈ ਅਸੀਂ ਸਫੀਰ ਨੂੰ ਕੱਢਾਂਗੇ, ਤੇ ਉਹ ਜਿਹੜਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਹੈ ਜੀ, ਉਹਦੇ ਵਿੱਚ ਹੁਣ ਵੀ ਫੈਸਲਾ ਹੋਣਾ ਸੀ ਪਾਕਿਸਤਾਨ ਦੇ ਬਾਰੇ 2 ਦਿਨ ਪਹਿਲੇ, ਤੇ ਪਾਕਿਸਤਾਨ ਨੂੰ ਮਸ਼ਕੂਕ ਲਿਸਟ ਦੇ ਵਿੱਚ ਫਿਰ ਵੀ ਉੱਥੇ ਹੀ ਰੱਖਿਆ। ਇਹ ਕਹਿੰਦੇ ਨੇ ਜੀ ਸਾਨੂੰ ਅਸੀਂ ਉਹਦੇ ਚੋਂ ਨਿਕਲਣਾ ਹੈ, ਫਰਾਂਸ ਜਿਹੜਾ ਹੈ ਉਹਦਾ ਸਫੀਰ ਅਸੀਂ ਕੱਢਿਆ ਤੇ ਪੂਰੀ ਯੂਰਪੀ ਯੂਨੀਅਨ ਜਿਹੜੀ ਹੈ 28 ਮੁਲਕ ਜਿਹੜੇ ਨੇ ਉਹ ਸਾਡੇ ਖਿਲਾਫ ਹੋ ਜਾਣਗੇ, ਸਾਡੀ ਤਜਾਰਤ ਰੁਕ ਜਾਏਗੀ। ਹੁਣ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਵੇ ਅਹਿਮਦ ਲਤੀਫ ਸਾਹਿਬ, ਮੈਂ ਆਪਣੀ ਗੱਲ ਖਤਮ ਕਰਨਾ ਕਿ ਤੁਸੀਂ ਤਜਾਰਤ ਕਰਕੇ ਵੀ, ਤੁਸੀਂ ਉਹਨਾਂ ਨਾਲ ਤਾਲੁਕਾਤ ਰੱਖ ਕੇ ਵੀ, ਇਹ ਹੁਣ ਫਿਰ ਤੁਹਾਨੂੰ ਉਧਾਰ ਲੈਣਾ ਪਿਆ ਸਾਊਦੀ ਅਰਬ ਕੋਲੋਂ, ਫਿਰ ਵੀ। ਔਰ ਉਧਾਰ ਪਤਾ ਕਿਸ ਤਰ੍ਹਾਂ ਦਾ, ਬਈ ਰੱਖੀ ਰੱਖਣੇ ਖਰਚਣੇ ਨਹੀਂ ਜੀ, ਰੱਖੀ ਰੱਖਣੇ ਦੱਸਣ ਵਾਸਤੇ, ਠੀਕ ਹੈ। ਫਿਰ ਤੁਸੀਂ ਮਤਲਬ ਕਿ ਉਹ ਭੀਖ ਹੀ ਮੰਗਦੇ ਹੋ ਨਾ, ਬੇਕਾਰੀ ਹੋ ਫਿਰ ਵੀ ਤੁਸੀਂ। ਤੇ ਤੁਸੀਂ ਕਿਉਂ ਨਹੀਂ ਆਪਣਾ ਦੀਨ ਤੇ ਈਮਾਨ ਬਚਾ ਲੈਂਦੇ? ਤੁਸੀਂ ਕਿਉਂ ਨਹੀਂ ਆਪਣੇ ਮੁਲਕ ਨੂੰ ਬਚਾ ਲੈਂਦੇ, ਜਿਹੜਾ ਕਿ 10 ਦਿਨ ਤੋਂ ਬਿਲਕੁਲ ਬੰਦ ਹੈ? ਇੱਕ ਦਿਨ ਹੜਤਾਲ ਜਿਹੜੀ ਹੈ, ਅਸੀਂ ਉਹ 90s 'ਚ ਲਿਖਦੇ ਹੁੰਦੇ ਹਨ ਕਿ ਇੱਕ ਦਿਨ ਹੜਤਾਲ ਦਾ ਮਤਲਬ ਹੈ ਕਿ ਪਾਕਿਸਤਾਨ ਦਾ 20 ਅਰਬ ਰੁਪਏ ਦਾ ਨੁਕਸਾਨ ਹੋ ਗਿਆ। ਬਿਲਕੁਲ, ਉਹ ਇਹ ਵੀ ਨੁਕਸਾਨ ਤੇ ਦੇਖੋ ਨਾ, ਇੱਕ ਉਧਰ ਉਹਨਾਂ ਨਾਲ ਜਿਹੜੇ ਤਾਲੁਕਾਤ ਤੁਸੀਂ ਬਚਾ ਰਹੇ ਹੋ, ਜਾਂ ਤੇ ਤੁਹਾਡਾ ਮੁਲਕ ਸਹੀ ਚੱਲਦਾ ਹੋਵੇ, ਜਾਂ ਤੁਹਾਡੇ ਕੋਲ ਪੈਸੇ ਹੋਣ, ਜਾਂ ਤੁਸੀਂ ਆਵਾਮ ਨੂੰ ਕੋਈ ਆਸਾਨੀ ਫਰਾਹਮ ਕੀਤੀ ਹੋਵੇ। ਤੁਸੀਂ ਆਵਾਮ ਨੂੰ ਵੀ ਪੇ ਲੁੱਟਦੇ ਹੋ, ਉੱਥੋਂ ਵੀ ਜੇਬਾਂ ਭਰਦੇ ਹੋ ਪਏ, ਤੁਸੀਂ ਉੱਧਰੋਂ ਸਾਊਦੀ ਅਰਬ ਕੋਲੋਂ ਵੀ ਉਧਾਰ ਲਈ ਬੈਠੇ ਹੋ, ਚੀਨ ਕੋਲੋਂ ਵੀ ਲਈ ਬੈਠੇ ਹੋ, ਚੀਨ ਕੋਲੋਂ ਵੀ ਮੰਗਦੇ ਹੋ, ਤੇ ਫਿਰ ਤੁਸੀਂ ਕਹਿੰਦੇ ਹੋ ਜੀ ਫਰਾਂਸ ਦੇ ਸਫੀਰ ਨੂੰ ਕੱਢਿਆ ਤੇ ਬੜਾ ਨੁਕਸਾਨ। ਕੀ ਨੁਕਸਾਨ ਹੋ ਜਾਏਗਾ? ਅੱਛਾ, ਅਸਲ ਗੱਲ ਇਹ ਵੇ ਜੀ ਕਿ ਤੁਹਾਡੇ ਫੈਸਲਾ ਸਾਜ਼ਾਂ ਦੇ ਸਾਰੇ ਮਫਾਦਾਤ ਯੂਰਪ ਤੇ ਅਮਰੀਕਾ ਦੇ ਅੰਦਰ ਨੇ, ਉਹਨਾਂ ਦੇ ਬੱਚਿਆਂ ਤੋਂ ਲੈ ਕੇ ਉਹਨਾਂ ਦੇ ਕਾਰੋਬਾਰ ਤੱਕ, ਉਹ ਉਹਨਾਂ ਦੇ ਖਿਲਾਫ ਚੱਲ ਹੀ ਨਹੀਂ ਸਕਦੇ। ਲਿਹਾਜ਼ਾ ਐਵੇਂ ਆਏ ਬਾਏਂ ਛਾਏਂ ਕਰਦੇ ਨੇ ਪਏ। ਤੇ 10 ਦਿਨ ਤੋਂ ਸੜਕਾਂ ਬੰਦ ਹੋਣ ਦਾ ਮਤਲਬ, ਤੇ ਐਨੇ ਬੰਦੇ ਮਰਵਾਉਣ ਦਾ ਮਤਲਬ ਹੈ ਕਿ ਇਹ ਲੋਕ ਹੁਕੂਮਤ ਕਰਨ ਦੇ ਅਹਿਲ ਹੀ ਕੋਈ ਨਹੀਂ। ਜਿਹੜਾ ਹੁਕਮਰਾਨ ਹੁੰਦਾ ਹੈ ਉਹ ਇੰਗੇਜ ਕਰਦਾ ਹੈ ਆਪੋਜੀਸ਼ਨ ਨੂੰ ਵੀ, ਤੇ ਇਸ ਤਰ੍ਹਾਂ ਦੇ ਇhtਜਾਜੀ ਮੁਜ਼ਾਹਰੀਨ ਨੂੰ ਵੀ, ਤੇ ਉਹਦੇ ਨਾਲ ਗੱਲਬਾਤ ਕਰਦਾ ਹੈ, ਕੁਛ ਦਿੰਦਾ ਹੈ, ਕੁਛ ਲੈਂਦਾ ਹੈ, ਤੇ ਮਾਮਲਾ ਹੱਲ ਕਰਦਾ ਹੈ। ਉਹ ਇਹ ਨਹੀਂ ਹੁੰਦਾ ਕਿ ਬੈਠੇ ਰਹੋ ਬਈ 10 ਦਿਨ ਹੋ ਗਏ ਨੇ, ਬਈ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਤਬਾਹ ਹੋ ਰਿਹਾ ਹੈ। ਇਹ ਹੁਣ ਮਤਲਬ ਪਤਾ ਕਿਤੋਂ ਧੱਕੇ ਖਾ ਕੇ ਆਏ, ਕਿਤੋਂ ਧੱਕੇ ਖਾ ਕੇ ਅਸੀਂ ਇਸਲਾਮਾਬਾਦ ਪਹੁੰਚਨੇ ਆ। ਇਸੇ ਤਰ੍ਹਾਂ ਲੋਕਾਂ ਦੇ ਬੱਚਿਆਂ ਦੇ ਇਮਤਿਹਾਨ ਨੇ, ਮਰੀਜ਼ ਨੇ, 100 ਕੰਮਕਾਜ ਨੇ ਯਾਰ, ਉਹਨਾਂ ਨੂੰ ਦੇਖੋ, ਉਹਨਾਂ ਨਾਲ ਮੁਜ਼ਾਕਰਾਤ ਕਰੋ, ਤੇ ਕੋਈ ਉਹਨਾਂ ਨੂੰ ਆਪਣੀ ਗੱਲ ਮਨਵਾ ਸਕਦੇ ਹੋ ਤੇ ਮਨਵਾਓ, ਨਹੀਂ ਤੇ ਉਹਨਾਂ ਦੀ ਗੱਲ ਮੰਨੋ ਤੇ ਮੁਲਕ ਨੂੰ ਆਜ਼ਾਦ ਕਰੋ, ਜਾਨ ਛੱਡੋ ਸਾਡੀ। ਇੱਕ ਹੋਰ ਗੱਲ ਮੈਂ ਹੋਰ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਜ਼ਾਹਿਰ ਹੈ ਜ਼ਿੰਦਗੀ ਤੁਹਾਡੀ ਗੁਜ਼ਰੀ, ਇਹ ਜਿਹੜਾ ਲਹਿਜਾ ਇਖਤਿਆਰ ਕੀਤਾ ਹੈ ਜਨਾਬ ਚੌਧਰੀ ਸਾਹਿਬ ਨੇ, ਬੜੇ ਵਜ਼ੀਰ ਇਤਲਾਤ, ਬੜੇ ਮੰਨੇ ਪਰਮੰਨੇ ਵਕੀਲ ਵੀ ਨੇ, ਇੱਕ ਤਰ੍ਹਾਂ ਦੇ ਸੋਕਾਲ ਐਂਕਰ ਵੀ ਹੈਣ ਉਹ, ਤੇ ਉਹ ਸਾਫੀਆਂ ਨਾਲ ਬੜੀ ਯਾਰੀ ਯੂਰੀ ਦਾ ਵੀ ਉਹ ਦਾਅਵਾ ਕਰਦੇ ਨੇ, ਤੇ ਉਹਨਾਂ ਨੂੰ ਇਹ ਕਤਨ ਪਤਾ ਨਹੀਂ ਲੱਗਦਾ ਪਿਆ ਕਿ ਕਿਆ ਹਕੂਮਤ ਇਸ ਤਰ੍ਹਾਂ ਦੀ ਗੱਲ ਕਰਦੀ ਹੈ ਕਿ ਜਿਸ ਤਰ੍ਹਾਂ ਖਾ ਜਾਾਂਗੇ, ਇੰਜ ਕਰ ਦਿਆਂਗੇ, ਉਂਝ ਕਰ ਦਿਆਂਗੇ, ਸਾਡੀ ਰਿਟ ਪਈ ਜਿਹੜੀ ਚੈਲੰਜ ਹੁੰਦੀ ਹੈ ਪਈ, ਕਿਆ ਇਹ ਫਰੌਨੀਅਤ ਜਿਹੜੀ ਹੈ ਇਹ ਉਹਨਾਂ ਨੂੰ ਜ਼ੇਬ ਦਿੰਦੀ ਹੈ? ਬਿਲਕੁਲ ਜ਼ੇਬ ਨਹੀਂ ਦਿੰਦੀ। ਤੇ ਜਿੱਥੋਂ ਤੱਕ ਤੁਸੀਂ ਕਿਹਾ ਜੀ ਸਾਫੀਆਂ ਨਾਲ ਉਹਨਾਂ ਦੀ ਬੜੀ ਦੋਸਤੀ ਹੈ, ਇਹ ਸਾਫੀ ਵੀ ਕਈ ਲੱਗੇ ਰਹਿੰਦੇ ਨੇ, ਮੈਨੂੰ ਫਲਾਣੇ ਨੇ ਟਾਈ ਭੇਜੀ, ਮੈਨੂੰ ਫਲਾਣੇ ਮਿਨਿਸਟਰ ਨੇ ਫੋਨ ਕੀਤਾ। ਕੋਈ ਮਿਨਿਸਟਰ ਕਿਸੇ ਸਾਫੀ ਦਾ ਦੋਸਤ ਕੋਈ ਨਹੀਂ ਜੇ ਹੁੰਦਾ ਜੀ, ਤੇ ਉਹਨਾਂ ਨੇ ਸਿਰਫ ਦੇਖਣਾ ਹੈ ਕਿ ਕਿਹੜਾ ਸਾਫੀ ਮੇਰੇ ਕਿੰਨੇ ਕੰਮ ਆ ਸਕਦਾ ਹੈ, ਉਹਨਾਂ ਉਹ ਕੰਮ ਲੈਣਾ, ਤੇ ਉਹਦੇ ਬਾਅਦ ਉਹਨਾਂ ਤੁਹਾਡੇ ਸਲਾਮ ਦਾ ਜਵਾਬ ਵੀ ਨਹੀਂ ਦੇਣਾ। ਇਸ ਗੱਲੇ ਸਾਫੀ ਤੇ ਮਿਨਿਸਟਰ ਦੀ ਦੋਸਤੀ ਨੂੰ ਮੈਂ ਤੇ ਕੋਈ ਨਹੀਂ ਮੰਨਦਾ, ਇਹ ਗੱਲ ਸਿੱਧੀ, ਠੀਕ ਹੈ ਜੀ। ਜਿੱਥੋਂ ਤੱਕ ਫਵਾਦ ਚੌਧਰੀ ਸਾਹਿਬ ਦਾ ਤਾਲੁਕ ਹੈ, ਉਹਨਾਂ ਦੀ ਜਿਹੜੀ ਹੈ ਨਾ, ਇੱਕ ਉਹ ਚੱਲਿਆ ਹੈ ਆਪਣਾ, ਜ਼ਾਹਿਰ ਹੈ ਮੁਲਕ ਦੇ ਵਿੱਚ ਇਸ਼ੂਜ਼ ਹੋਣਗੇ ਜੀ, ਤੇ ਇਨਫੋਰਮੇਸ਼ਨ ਮਿਨਿਸਟਰ ਵਾਲ ਸਾਰੇ ਦੇਖਣਗੇ ਬਈ ਤੂੰ ਰਾਇਆਮਾ ਹਮਵਾਰ ਕਰ, ਉਹਨਾਂ ਦੀ ਗੁੱਡੀ ਚੜੀ ਹੈ। ਉਹਨਾਂ ਨੂੰ ਕੀ ਵੀ ਮਸਲਾ ਹੈ ਕਿ ਆਵਾਮ ਜਿਹੜੇ ਨੇ ਉਹ ਬੰਦ ਨੇ, ਤੇ ਕਾਰੋਬਾਰ ਬੰਦ ਨੇ, ਤੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ। ਲਿਹਾਜ਼ਾ ਤੇ ਜਿੱਥੋਂ ਤੱਕ ਲਹਿਜੇ ਦੀ ਗੱਲ ਤੁਸੀਂ ਕੀਤੀ, ਲਹਿਜਾ ਤੇ ਜਿਹੜਾ PTI ਦਾ ਮੇਨ ਕੋਰ ਗਰੁੱਪ ਹੈ, ਇਹਦਾ ਲਹਿਜਾ ਤੁਹਾਡੇ ਸਾਹਮਣੇ। ਸ਼ੇਖ ਰਸ਼ੀਦ ਸਾਹਿਬ ਸਾਡੇ ਹੁਣ ਦਾਖਲੀ ਸਲਾਮਤੀ ਦੇ ਵਜ਼ੀਰ ਨੇ, ਇਹ ਕੰਟੇਨਰ ਤੇ ਕਹਿੰਦੇ ਸਨ ਮੈਂ ਆਗ ਲਗਾ ਦੂੰਗਾ, ਮੈਂ ਪੂਰੇ ਮੁਲਕ में आग लगा दूंगा, मैं उड़ा कर रख दूंगा। रिकॉर्ड पे मौजूद है। हाँ बिल्कुल है। इमरान खान साहब हूँ कह रहे हैं जी ये गैर कानूनी है, सड़कें बंद करना, शहर बंद करना। वो तारीखां दे रहे सन कंटेनर कुत्ते कि 4 दिसंबर को मैं लाहौर बंद करूँगा, 6 दिसंबर को मैं फैसलाबाद बंद करूँगा, 8 दिसंबर को कराची बंद करूँगा,
اور ہر شے بند کروں گا. پھر بھی میاں صاحب آپ نہ مانے تو 16 دسمبر کو پورا ملک بند کر دوں گا اور گھسیٹ کے نکالوں گا. اور یہ بھی گلاں ہیں جو آپ کے صدر ہیں اس وقت عارف علوی صاحب، ان سبحان کا اللہ. ریکارڈ پہ موجود ہے کہ وہ کراچی میں نکلے ہوئے ہیں بند کروانے، وہ بھی بند کرواؤ، وہ بھی بند کرواؤ، سارا کراچی بند. تو یہ بات یہ ہے جب آپ ان سیٹوں پہ پہنچتے ہیں نا، ایک عام گھر جو ہے اس میں جب ایک ہم بھی مطلب کھلڑ رہے تھے کبھی، ٹھیک ہے، شرارتیں بھی کرتے تھے ہم اور بھی اس طرح مطلب لاؤ بالی، لیکن جب آپ ایک گھر کے سربراہ ہوتے ہیں، ایک گھر کا سربراہ جو عام ایک میں کہتا ہوں وہ بڑا ذمہ دار ہو جاتا ہے. لیکن ہماری ساڈی بدقسمتی جڑی ہے وہ دیکھو کہ ساڈے ملک دے وچ صدر، وزیر اعظم، وزیر داخلہ، وزیر اطلاعات وہ ایسے نے کہ انہوں نے یہ سارے اچھا انہوں کھلنڈرا کہنا چاہ رہے ہو؟ رنگ بازی بنایا رنگ باز چھوٹا لفظ ہے جی، رنگ باز نے یہ اس ملک دے نال رنگ بازی کر رہے ہیں. اچھا ایک اور گل میں تواڈے کول پوچھنا چاہنا، ظاہر ہے زندگی گزر گئی ساڈی تے او میں چاہواں گا ایک وقفے تو بعد وہ پوچھاں. سوال بڑا ڈونگا ہے اور من کھچواں بھی ہے. اسی چاہنے ہیں کہ یہ تکیے تے صحیح یہ ہون کے لگا ہے تواڈی چھٹی اس کی کہندی ہے یہ دھرنا کتھے جائے گا، لمحہ تے نہیں ہو جان لگا. ایتھے لینے ایک وقفہ تے پھر آ کے کرنے ہیں گل. ویلکم بیک جی. تھڑا سیاست احمد لطیف تے اختر تزین بیٹھے نے تے اسی او لوگ ہاں جڑے تاریخاں بندیاں وگڑدیاں بھی دیکھیاں نے. اساں اسامہ بھی ویکھیا، اس تو بعد بھی ویکھیا جہاد ویچیا، مذہب کس طرح وکدا ہے، کی ہوندی صورتحال، کتھے دی کتھے جاندی ہے صورتحال، یہ سارا کچھ بھی اسی ویکھیا. لیکن ساڈی چھٹی اس جڑی ہے ظاہر ہے ساڈی جس طرح اسی لب کرتے رہنے یہ وچ سانوں اندر کوئی ایک بزر جی وجن لگ پیندی ہے، پتہ لگ جاتا ہے. یہ تہاڈی اندر دی جڑی ٹلی ہے وہ کی بھی کہندی ہے کی بنے گا؟ میرے اندر دی ٹلی کی کہندی ہے وہ تو میں گل کرنا بعد. پہلے تسی یہ جڑا گل کیتی نا کہ اداکار آ گئے نے، یہ بڑا ضروری ہے، رنگ باز آ گئے. ٹھیک ہے، تے او ہن ٹی وی سکریناں تے جڑا گلیمر ہے تے جڑا اداکار ہے، میک اپ ہے، سارا کچھ تے او اداکاری جڑی ہے او ایک اور چیز ہے. او دے وچ بھی ایک دور سی فیچر فلماں دا، او دے وچ بھی ایک پیغام دیتا جاندا سی. اسی سانوں کسے نال کوئی مطلب کہ مسئلہ نہیں، لیکن اگر او صحیح گل کرن، پازیٹیو ایس سینس وچ کہ معاشرے نوں دا کوئی فائدہ پہنچے. بالکل معاشرے نوں فائدہ صرف تے صرف اس لیے پہنچدا جس لیے صرف تے صرف سچ بولیا جائے. جی بالکل. تے تسی ایک ہن گل کیتی کہ اے لمحہ تے نہیں ہو جائے گا دھرنا، بالکل یہ سڑکاں دی بندش لمحہ تے ہو چکیا پہلے 10 دن تھوڑے نے جی. ایک دن بند ہو جائے تو لوکاں دا کنا مطلب نظام خراب ہو جاتا ہے. 10 دن ہو چکے نے احمد لطیف صاحب، پہلے ہی لمحہ ہو گیا. انگریزی کہنا لنگر. تو ہن تسی تہاڈے سوال دا ایک حصہ سی کہ اے کی ہے تے اے کادے واسطے یعنی کی ہو سکتا. بالکل بالکل. دیکھو نا یہ ٹی ایل پی نواز شریف دے دور چاہی تے اس ویلے صحیح سی جی، عمران خان دے دور بھی چاہی تے ہن غلط ہے. تے اے دے تو صاف الیکشن کمیشن حالے بھی ٹھیک کہندا ہے، وہ نہیں غلط کہندا پیا. جی جی. پھر ایسے ٹی ایل پی نو جی عمران خان دے جس الیکشن چ عمران خان صاحب فتح یاب ہوئے نے، فتح یاب کامیاں دے وچ جی، او دے وچ یہی ٹی ایل پی الیکشن لڑیا انہاں دے نال اور انہوں مدد کیتی ہے. ٹھیک ہے، مدد کیتی ہے. جی بالکل. بڑی وڈی تعداد چ ووٹ لے نے، ووٹ توڑے نے مسلم لیگ نون دے. تے اس ویل تک ٹی ایل پی ٹھیک سی. ہن ٹی ایل پی اگر آئی ہے تے غلط ہے. یہ تو ساریاں چیزاں ظاہر نے کہ کی ہون جا رہا ہے. تسی دیکھو کہ جڑا خان صاحب دی ایکو ہی سپورٹ سی، انہوں نے وہ ایک ہی وہ قلعہ جڑا انگلی جڑی انگلی کہنے ہیں نا انگلی اٹھنے والی ہے، وہ انگلی صرف انہوں دی سپورٹ سی. ہون بھی انہاں سارا کچھ اس انگلی تے اس قلعے دے تکیہ کیتے ہے، زور تے کیتا. لیکن نال ہی خان صاحب نے جڑا کہ پاکستان وچ ایک عمل بھی ہے تے اسی شروع چ لکھ بھی سڑیا سی کہ خان صاحب بہتا مغرور نہیں ہونا، بہتا جڑا ہے وہ کپڑیوں باہر نہیں جانا. اس ملک دے وچ جس طرح نوہاں دے مسائل سانجے ہو جاندے نے سساں دے خلاف، بالکل مشترکہ ہو جاندے، اسی طرح اس ملک دے وچ حکومتاں دے مسائل سانجے ہو جاندے نے اسٹیبلشمنٹ دے خلاف. بالکل.
ਲਿਹਾਜ਼ਾ ਤੁਸੀਂ ਇhtiyat ਨਾਲ ਤੇ ਆਪੋਜੀਸ਼ਨ ਨਾਲ ਵਰਕਿੰਗ ਰਿਲੇਸ਼ਨਸ਼ਿਪ ਬਣਾਓ। ਹੁਣ ਤੁਸੀਂ ਕੰਟੇਨਰ ਦੇ ਉਹ ਜਿਹੜਾ ਨਾ ਉਸ ਤੇ ਨਹੀਂ ਬੈਠੇ, ਹੀਰੋ ਨਹੀਂ ਹੈ ਤੁਸੀਂ, ਹੁਣ ਤੁਸੀਂ ਮੁਲਕ ਦੇ ਵਜ਼ੀਰ ਆਜ਼ਮ ਹੋ, ਲਿਹਾਜ਼ਾ ਆਪੋਜੀਸ਼ਨ ਨਾਲ ਵਰਕਿੰਗ ਰਿਲੇਸ਼ਨਸ਼ਿਪ, ਰਿਸ਼ਤਾ, ਤਾਲੁਕਦਾਰੀ, ਗੱਲਬਾਤ ਉਹ ਤੁਹਾਡੀ ਜ਼ਿੰਮੇਵਾਰੀ ਹੈ। ਅੱਛਾ, ਇੱਕ ਟੈਕਨੀਕਲ ਸਵਾਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ, ਇਹ ਗੱਲ ਤੇ ਅਸੀਂ ਕਰਾਂਗੇ। ਜੀ ਜੀ। ਇਹ ਜਿਹੜੇ ਹੁਣ ਰੇਂਜਰ ਵਾਲੇ ਆਏ ਨਾ 60 ਦਿਨ ਵਾਸਤੇ, ਆਦਨ ਜੀ ਪਹਿਲਾਂ ਤੇ ਹੁੰਦਾ ਕਿ ਉਹ ਹਕੂਮਤ ਦੀ ਮਦਦ ਵਾਸਤੇ ਆਉਂਦੇ ਨੇ, ਉਹਦੀ ਦਰਖਾਸਤ ਤੇ ਆਉਂਦੇ ਨੇ। ਹੁਣ ਜਿਹੜੇ ਮਾਹਿਰੀਨ ਕਹਿੰਦੇ ਨੇ ਪਏ ਉਹ ਆਦਨ ਜੀ ਰੇਂਜਰ ਜਿਹੜੀ ਹੈ ਉਹ ਪੁਲਿਸ ਰੇਂਜਰ ਦੇ ਅੰਡਰ ਕਰ ਦਿੱਤੀ ਗਈ ਹੈ। ਇਹ ਅੰਡਰ ਕਰ ਦਿੱਤੀ ਕੀ ਹੈ? ਇਹ ਮਿਨੀ ਮਾਰਸ਼ਲ ਆਰਟ ਨਹੀਂ? ਇਹ ਮਤਲਬ ਚਲੋ ਇਹਦੇ ਤੇ ਵੀ ਗੱਲ ਕਰਨੇ ਆ, ਮੈਂ ਭੁੱਲ ਗਿਆ ਤੇ ਮੈਨੂੰ ਯਾਦ ਕਰਾਉਣਾ, ਲੇਕਿਨ ਪਿੱਛੇ 3-4 ਚੀਜ਼ਾਂ ਨਾ ਸਾਡੇ। ਠੀਕ, ਬਿਸਮਿਲ੍ਲਾ। ਦੇਖੋ ਉਹ ਜਿਹੜਾ ਕਹਿੰਦੇ ਨਾ ਉਹ 1 ਪੇਜ ਜੀ, ਸੋ ਕਾਲ ਨਾਮ ਨਿਹਾਦ ਇੱਕ ਸਫਾ, ਉਹ ਫੀਤੀ ਹੋ ਚੁੱਕਿਆ, ਕਿਤਾਬ ਫਟ ਗਈ ਹੈ। ਠੀਕ ਹੈ, ਉਹਦਾ ਹੁਣ ਕੋਈ ਵਜੂਦ ਕੋਈ ਨਹੀਂ। ਤੇ ਮੇਰੇ ਰਾਏ ਦੇ ਵਿੱਚ ਤੇ ਇਹ ਉਸੇ ਵੇਲੇ ਫੀਤੀ ਹੋ ਗਿਆ ਸੀ ਜਿਸ ਵੇਲੇ ਬਾਜਵਾ ਸਾਹਿਬ ਦੀ ਐਕਸਟੈਂਸ਼ਨ ਦਾ ਮਸਲਾ ਚੱਲਿਆ ਤੇ ਉਹਨੂੰ ਖਰਾਬ ਕਰ ਦਿੱਤਾ ਗਿਆ ਜੀ। ਇਸ ਤੋਂ ਪਹਿਲੇ ਕਿਆਨੀ ਸਾਹਿਬ ਦੀ ਐਕਸਟੈਂਸ਼ਨ ਹੋਈ, ਕੋਈ ਮਸਲਾ ਮਸਾਇਲ ਨਹੀਂ ਹੋਇਆ, ਬਸ ਫੈਸਲਾ ਹੋਇਆ, ਖਬਰ ਆਈ ਹੈ ਤੇ ਚਲੋ ਜੀ ਕੰਮ ਬੁੱਤ ਤੇ ਕੰਮ ਸੁਧ। ਬਿਲਕੁਲ। ਲੇਕਿਨ ਇਹਦੇ ਵਿੱਚ ਜਿਹੜਾ ਰੌਲਾ ਪਿਆ ਇਸ ਮੁਲਕ ਦੀ ਤਾਰੀਖ 'ਚ ਕਦੀ ਨਹੀਂ ਪਿਆ ਪਹਿਲੇ, ਲਿਹਾਜ਼ਾ ਨੋਟੀਫਿਕੇਸ਼ਨਾਂ ਦਾ ਰੌਲਾ, ਨੋਟੀਫਿਕੇਸ਼ਨ ਜਿਹੜਾ ਉਹ ਗਲਤ ਕੱਢਿਆ ਗਿਆ, ਰੱਖ ਲਿਆ ਆਂਡਿਆਂ ਤੇ ਰੱਖ ਲਿਆ, ਬਹਿ ਗਏ ਤੇ ਫਿਰ ਉਹ ਕੋਰਟ ਵਿੱਚ ਆ ਗਈ। ਫਿਰ ਉਹਦੇ ਵਿੱਚ ਬੜੀਆਂ ਚੀਜ਼ਾਂ ਤੁਸੀਂ ਮੇਰੇ ਕੋਲੋਂ ਅਗਰ ਪੁੱਛੋ ਤਾਂ ਮੇਰੀ ਤੇ ਉਸ ਵੇਲੇ ਇਹ ਤਵੱਕੋ ਸਾਜੇ ਕਿ ਜਨਰਲ ਬਾਜਵਾ ਸਾਹਿਬ ਆਪਣੇ ਯੂਨੀਫਾਰਮ ਤੇ ਆਪਣੀ ਸ਼ਖਸੀਅਤ ਦੀ ਜਿਹੜੀ ਇੱਕ ਇੱਜ਼ਤ ਹੈ ਤੇ ਵਕਾਰ ਹੈ ਉਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਇਹ ਜਿਹੜਾ ਰੌਲਾ ਪੈ ਗਿਆ ਇਸ ਕੋਰਟ ਦੇ ਵਿੱਚ ਕਿ ਹੋ ਸਕਦੀ ਹੈ, ਨਹੀਂ ਹੋ ਸਕਦੀ, ਜਾਂ ਕਿਸ ਤਰ੍ਹਾਂ ਹੋ ਸਕਦੀ ਹੈ, ਉਹ ਮੈਂ ਨਹੀਂ ਲੈਂਦਾ, ਉਹ ਕਹਿਣਗੇ ਮੈਂ ਲੈਂਦਾ ਹੀ ਨਹੀਂ ਯਾਰ, ਮੇਰਾ ਵਕਾਰ ਮਜਰੂ ਹੋ ਰਿਹਾ, ਫੌਜ ਦਾ ਵਕਾਰ, ਸੀਟ ਦਾ ਵਕਾਰ ਮਜਰੂ ਹੋ ਰਿਹਾ। ਲੇਕਿਨ ਖੈਰ ਚਲੋ ਹੋ ਗਿਆ। ਅੱਛਾ, ਲੇਕਿਨ ਉਹ ਗੰਢ ਤੇ ਪੈ ਗਈ ਨਾ ਦਿਲ ਵਿੱਚ, ਬਿਲਕੁਲ ਪਈ। ਦੋ ਯਾਰਾਂ ਦੇ ਦਿਲਾਂ ਵਿੱਚ ਗੰਢ ਤੇ ਪੈ ਗਈ, ਉਹ ਗੰਢ ਹੁਣ ਤੱਕ ਵਧਿਆ DGISI ਤੱਕ ਆ ਗਈ। ਅੱਛਾ, ਫਿਰ ਹੁਣ ਆਇਆ ਤੁਸੀਂ DGISI ਵਾਲਾ ਮਾਮਲਾ ਵੀ ਲੈ ਲਓ। ਲੇਕਿਨ ਇਸ ਦੌਰਾਨ ਅਸਦ ਉਮਰ ਦੀ ਬਤੌਰ ਵਜ਼ੀਰ ਖਜ਼ਾਨਾ ਫਰਾਗਤ ਤੋਂ ਲੈ ਕੇ ਉਹ ਜ਼ਾਹਿਰ ਇਮਰਾਨ ਖਾਨ ਸਾਹਿਬ ਤੇ ਉਹਨੂੰ ਨਹੀਂ ਫਾਰਗ ਕਰਦੇ, ਉਹ ਫਾਰਗ ਕਰਾਇਆ ਗਿਆ। ਫਿਰ ਉਹਦੇ ਬਾਅਦ ਪੰਜਾਬ ਦੇ ਚੀਫ ਸੈਕਟਰੀ ਬਦਲਦੇ ਰਹੇ, IG ਬਦਲਦੇ ਰਹੇ, ਇਹਨਾਂ ਦੇ ਮਿਨਿਸਟਰ ਬਦਲਦੇ ਰਹੇ। ਹੁਣ ਵੀ ਕੋਈ ਪਤਾ ਨਹੀਂ ਚੇਅਰਮੈਨ FBR ਕੌਣ ਹੋਵੇਗਾ ਅਗਲੇ ਮਹੀਨੇ ਤੇ ਵਜ਼ੀਰ ਖਜ਼ਾਨਾ ਕੌਣ ਹੋਵੇਗਾ। ਉਧਾਰ ਦੇ ਤੁਸੀਂ ਸਾਰੇ ਲੋਕ ਲਏ ਨੇ। ਵੈਸੇ ਤੁਸੀਂ ਕਹਿੰਦੇ ਹੋ ਅਸੀਂ ਜਮਹੂਰੀ ਹੁਕਮਰਾਨ, ਲਿਹਾਜ਼ਾ ਬਹੁਤ ਗੰਢਾਂ। DGISI ਦੀ ਤੁਸੀਂ ਗੱਲ ਕੀਤੀ, ਇਹਦੇ ਤੋਂ ਪਹਿਲੇ ਬਹੁਤ ਵੱਡੀ ਗੰਢ ਇਮਰਾਨ ਖਾਨ ਸਾਹਿਬ ਨੇ ਖੁਦ ਆਪਣੇ ਦੰਦਾਂ ਨਾਲ, ਆਪਣੇ ਹੱਥਾਂ ਨਾਲ, ਠੀਕ ਹੈ, ਤੁਹਾਡੇ ਦੰਦਾਂ ਨਾਲ ਵੀ ਨਹੀਂ ਖੁੱਲਦੀ ਪਈ, ਠੀਕ ਹੈ, ਉਹ ਸੀ ਕਿ ਇਹਨਾਂ ਕਿਹਾ ਕਿ ਹਮੇ ਤੁਸੀਂ ਹੁਣ TLP ਦਾ ਪ੍ਰੋਗਰਾਮ ਤੇ ਕਰਦੇ ਹੋ, ਤੁਸੀਂ TTP ਤੇ ਵੀ ਪ੍ਰੋਗਰਾਮ ਕਰੋ, ਸਾਰੇ ਇਕੱਠੇ ਪ੍ਰੋਗਰਾਮ। ਬਿਲਕੁਲ। TTP ਦੇ ਉੱਤੇ ਖਾਨ ਸਾਹਿਬ ਨੇ ਕਿਹਾ ਕਿ ਸਾਨੂੰ ਉਹਦੇ ਨਾਲ ਮੁਜ਼ਾਕਰਾਤ ਕਰਨੇ ਪੈਣਗੇ, ਠੀਕ, ਅਮਨ ਵਾਸਤੇ ਸਾਨੂੰ ਉਹਦੇ ਨਾਲ ਮੁਆਹਦਾ ਕਰਨਾ ਪਏਗਾ, ਤੇ ਜਿਹੜੇ ਸਰੈਂਡਰ ਕਰ ਦੇਣਗੇ, ਹਥਿਆਰ ਡਾਲ ਦੇਣਗੇ, ਅਸੀਂ ਉਹਨਾਂ ਨੂੰ ਆਮ ਮਾਫੀ ਦੇ ਦੇਵਾਂਗੇ। ਖਾਨ ਸਾਹਿਬ ਨੂੰ ਨਾ ਤੇ ਖੁਦ ਅਕਲ ਆਈ, ਨਾ ਉਹਨਾਂ ਦੇ ਕਿਸੇ ਬਹੁਤ ਲਾਇਕ ਫਾਇਕ ਮੁਸ਼ੀਰ ਨੇ ਉਹਨਾਂ ਨੂੰ ਦੱਸਿਆ ਬਈ ਇਹ TTP ਦੇ ਉੱਤੇ ਇਸ ਤਰ੍ਹਾਂ ਦਾ ਸਟੇਟਮੈਂਟ ਇਸ ਤਰ੍ਹਾਂ ਨਹੀਂ ਦੇਣਾ, ਬਿਲਕੁਲ ਬਲੰਟ ਕਰਕੇ। ਔਰ ਖਸੂਸਨ ਜਦੋਂ ਅਫਗਾਨਿਸਤਾਨ ਤੋਂ ਚਲਾ ਦਾ ਜ਼ਮਾਨਾ ਹੈ। ਜੀ ਹਾਂ, ਇਹ TTP ਉਹ ਹੈ ਜਿਹਨੇ ਸਾਡੀ ਪਾਕ ਫੌਜ ਦੇ ਬੇਸ਼ੁਮਾਰ ਅਫਸਰਾਂ ਨੂੰ ਸ਼ਹੀਦ ਕੀਤਾ ਹੈ, ਬਿਲਕੁਲ, ਪੁਲਿਸ ਦੇ ਜਵਾਨਾਂ ਨੂੰ ਸ਼ਹੀਦ ਕੀਤਾ, ਆਮ ਲੋਕਾਂ ਨੂੰ ਸ਼ਹੀਦ ਕੀਤਾ, ਪਬਲਿਕ ਸਕੂਲ ਦਾ ਰੌਲਾ, ਬੱਚਿਆਂ ਨੂੰ ਸ਼ਹੀਦ ਕੀਤਾ ਯਾਰ, APS ਦੇ ਵਿੱਚ ਬੱਚਿਆਂ ਨੂੰ ਸ਼ਹੀਦ ਕੀਤਾ। ਫਿਰ ਉਹ ਅਹਿਸਾਨ ਅਹਿਸਾਨ ਤੁਸੀਂ ਫੜਿਆ ਤੇ ਤੁਹਾਡੇ ਕੋਲੋਂ ਹੀ ਉਹ ਫਰਾਰ ਹੋ ਗਿਆ, ਛੋੜ ਦਿੱਤਾ ਜੀ। ਇਹ ਵੀ ਇੱਕ ਅਜੀਬ ਜੀ ਗੱਲ ਹੈ। ਤੇ ਇਹ ਐਲਸੀਐਨ ਉਹਦੇ ਬਾਅਦ DGISI ਵਾਲਾ ਮਾਮਲਾ ਆ ਗਿਆ। ਹੁਣ ਇਹਦੇ ਉੱਤੇ DGISI ਵਾਲੇ ਮਾਮਲੇ ਤੇ ਉਹਨਾਂ ਨੇ ਫਿਰ ਉਹ ਜੋ ਚੀਫ ਦੇ ਉੱਤੇ ਅਸੀਂ ਗੱਲ ਕੀਤੀ ਹੈ ਨਾ, ਮਾਜ਼ੀ 'ਚ ਹੁੰਦਾ ਸੀ ਤੇ ਕੋਈ ਮਸਲਾ ਮਸਾਇਲ ਨਹੀਂ ਸੀ ਹੁੰਦਾ, ਇਸੇ ਤਰ੍ਹਾਂ DGISI ਦੀ ਤਕਰੀਰੀ ਤੇ ਵੀ ਉਹਨੂੰ ਤਮਾਸ਼ਾ ਬਣਾ ਦਿੱਤਾ। ਚੰਨ ਗ੍ਰਹਿਣ ਆ ਗਿਆ ਵਿੱਚ, ਪਤਾ ਤੁਹਾਨੂੰ? ਚੰਨ ਗ੍ਰਹਿਣ ਵੀ ਆ ਗਿਆ। ਹਾਂ, ਉਹ ਹੁਣ ਤੁਸੀਂ ਵਿੱਚ ਕਰੋਗੇ ਤੇ ਬੜਾ ਲੰਬਾ ਹੋ ਜਾਏਗਾ, ਉਹ ਘਰ ਦੀਆਂ ਗੱਲਾਂ ਵੀ ਆ ਜਾਣਗੀਆਂ। ਤੇ ਇਸ ਤਰ੍ਹਾਂ ਇਹ ਹੁਣ ਐਸੀਆਂ ਗੰਢਾਂ ਨੇ ਕਿ ਜਿਨ੍ਹਾਂ ਦਾ ਰਿਜ਼ਲਟ ਆਉਣਾ ਸਾਹਮਣੇ। ਉਹ ਰਿਜ਼ਲਟ ਮੈਂ ਤਾਂ ਸਮਝਦਾ ਕਿ ਇਹ TLP ਦਾ ਜਿਹੜਾ ਧਰਨਾ ਹੈ ਤੇ ਇਹ ਜਿਹੜਾ ਤਵੀਲ ਹੁੰਦਾ ਜਾ ਰਿਹਾ। ਤੁਸੀਂ ਜਿਹੜੀ ਰੇਂਜਰਸ ਦੀ ਗੱਲ ਕੀਤੀ 60 ਦਿਨ ਵਾਸਤੇ ਪੰਜਾਬ ਰੇਂਜਰ ਦੇ ਹਵਾਲੇ, ਇਹਦੇ ਉੱਤੇ ਬਹੁਤ ਤਵੀਲ ਗੱਲ ਹੋ ਸਕਦੀ। ਇਹ ਸਾਰੀਆਂ ਅਲਾਮਾਤ ਇਹ ਸਾਬਤ ਕਰਦੀਆਂ ਨੇ ਕਿ ਸਾਡਾ ਜਿਹੜਾ ਤਜਜ਼ੀਆ ਸ਼ੁਰੂ ਤੋਂ ਹੈ ਸੀ ਕਿ ਇਹ ਦੋਵੇਂ ਨਹੀਂ ਚੱਲ ਸਕਣ ਲਈ ਜ਼ਿਆਦਾ ਦੇਰ, ਇਹ ਸਫਾ ਫਟ ਜਾਏਗਾ।
ਖਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਮਸਾਇਲ ਉਹੀ ਹੋ ਜਾਣਗੇ ਜਿਹੜੇ ਪਹਿਲੀਆਂ ਹਕੂਮਤਾਂ ਦੇ ਮਸਾਇਲ ਸਨ। ਤੇ ਹੁਣ ਖਾਨ ਸਾਹਿਬ ਦਾ ਚੱਲ ਚਲਾਓ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਨੂੰ ਕੋਈ ਇਸਤਿਖਾਰਾ ਨਹੀਂ ਬਚਾ ਸਕਦਾ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਹੋਰ ਚੀਜ਼ ਸਦਕਾ ਨਹੀਂ ਬਚਾ ਸਕਦਾ, ਕੋਈ ਸਦਕਾ ਨਹੀਂ ਬਚਾ ਸਕਦਾ, ਉਹਨਾਂ ਨੂੰ ਕੋਈ ਮੇਲ ਮੁਲਾਕਾਤ ਨਹੀਂ ਬਚਾ ਸਕਦੀ, ਭਾਵੇਂ 2 ਘੰਟੇ ਮੁਸ਼ਾਵਰਤ ਦੇ ਬਾਅਦ ਸਭ ਕੁਝ ਸਹੀ ਕਹਿਣ ਦਾ ਦਾਅਵਾ ਕੀਤਾ ਜਾਏ। ਲਿਹਾਜ਼ਾ ਹੁਣ ਖਾਨ ਸਾਹਿਬ ਦਾ ਚੱਲ ਚਲਾ ਹੋਏ ਤੇ ਇਹ ਸਾਰੀ ਅਲਾਮਾਤ ਜਿਹੜੀਆਂ ਨੇ TLP ਉਹਦਾ ਸਭ ਤੋਂ ਵੱਡਾ ਸਬੂਤ ਹੈ। ਇਹਦਾ ਮਤਲਬ ਇਹ ਹੋਇਆ ਕਿ ਵੇਲਾ ਮੁੱਕੇ ਹੈ, ਦਾਣੇ ਮੁੱਕੇ ਨੇ, ਸੱਤੂ ਮੁੱਕੇ ਨੇ, ਤੇ ਇਹ ਜਿਹੜੇ ਸੱਤੂ ਮੁੱਕਦੇ ਜਾਂਦੇ ਨੇ ਉਦੋਂ ਠੰਡ ਵੀ ਆ ਗਈ ਹੈ, ਫੇਲ ਹੋ ਗਏ ਨਾ ਜੀ, ਬਿਲਕੁਲ ਫੇਲ ਹੋ ਗਏ ਨਾ, ਪਹਿਲੇ ਦਿਨ ਤੋਂ ਫੇਲ ਹੋਏ। ਕੋਈ ਇੱਕ ਚੀਜ਼ ਦੱਸੋ ਨਾ ਇਹਨਾਂ ਨੇ ਜਿਹੜੀ ਡਿਲੀਵਰ ਕੀਤੀ ਹੋਵੇ। ਅੱਛਾ, ਕੁਝ ਲੋਕ ਆਖਦੇ ਨੇ ਇਹ ਰਸਤੂ ਹੈ, ਮੈਂ ਉਹਨਾਂ ਨਾਲ ਲੜਾਈ ਹੁੰਦੀ ਮੇਰੀ ਵੀ, ਇਹ ਰਸਤੂ ਕਦ ਹੈ, ਇਹਨੂੰ ਆਪਣੀ ਹੋਸ਼ ਨਹੀਂ ਜਿਸ ਬੰਦੇ ਨੂੰ ਟੁਨ ਪ੍ਰੋਗਰਾਮ ਇਹਨੂੰ ਰਸਤੂ ਕਿਉਂ ਬਣਾਉਂਦੇ ਨੇ ਜੀ? ਉਹ ਕੁਝ ਲੋਕਾਂ ਨੇ ਜਿਹੜੇ ਜਿਨ੍ਹਾਂ ਨੂੰ ਸਿਆਸਤ ਦਾ ਨਹੀਂ ਆਉਂਦਾ ਜਾਂਦੇ ਕੁਝ ਨਹੀਂ ਇਹਨੂੰ। ਦੋ ਕੈਟੇਗਰੀਆਂ ਦੇਖੋ, ਇੱਕ ਉਹ ਹੈ ਜਿਹੜਾ ਮੰਮੀ ਡੈਡੀ ਗਰੁੱਪ ਹੈ, DHS ਤੇ ਬਹਿਰੀਆ ਟਾਊਨ ਵਗੈਰਾ ਵਗੈਰਾ, ਬਰਗਰ ਉਹਨਾਂ ਦੀਆਂ ਚੀਕਾਂ ਉਸ ਵੇਲੇ ਨਿਕਲਣਗੀਆਂ ਜਿਸ ਵੇਲੇ ਉਹ ਆਪਣੇ ਇਸ ਹੀਰੋ ਦੀ ਜਿਹੜੀ ਸ਼ਾਦੀ ਦੀ ਜਿਹੜੀ ਇਹਨੇ ਇੱਕ ਕਾਇਮ ਕੀਤੀ ਹੈ ਨਾ ਰਵਾਇਤ, ਉਹਦੇ ਉੱਤੇ ਜਿਸ ਵੇਲੇ ਉਹਨਾਂ ਦੀਆਂ ਆਪਣੀਆਂ ਨਸਲਾਂ ਅਮਲ ਕਰਨਗੀਆਂ ਫਿਰ ਉਹਨਾਂ ਦੀਆਂ ਚੀਕਾਂ ਨਿਕਲਣਗੀਆਂ। ਤੇ ਉਹ ਨਸਲ ਜਿਹੜੀ ਹੈ ਜਾਫਰ ਬ੍ਰਦਰ ਗਰੁੱਪ, ਹਾਂ, ਉਸ ਵਿਚਾਰੀ ਨੂੰ ਪਤਾ ਹੀ ਕੋਈ ਨਹੀਂ ਕਿ ਬਈ ਅਸਲ ਮਸਾਇਲ ਕੀ ਨੇ ਇਸ ਮੁਲਕ ਦੇ, ਠੀਕ ਹੈ। ਲਿਹਾਜ਼ਾ ਉਹ ਇਸ ਗੱਲੇ ਮੈਂ ਤੇ ਸਮਝਣਾ ਕਿ ਉਹ ਸਾਦਾ ਨੇ, ਬੇਕਸੂਰ ਨੇ ਵਿਚਾਰੇ ਮਸਕੀਨ, ਠੀਕ ਹੈ। ਦੂਸਰੀ ਕੈਟੇਗਰੀ ਉਹ ਹੈ ਜਿਹੜੀ ਕਿ ਬੈਨੀਫਿਸ਼ਰੀ ਹੈ, ਜਿਹੜੀ ਫਾਇਦਾ ਉਠਾ ਰਹੀ ਹੈ ਬਿਲਕੁਲ। ਉਹਦੇ ਵਿੱਚ ਮਿਨਿਸਟਰਾਂ ਤੋਂ ਲੈ ਕੇ ਤੇ ਥੱਲੇ ਛੋਟੇ ਤੋਂ ਛੋਟਾ ਉਹਦਾ ਜਿਹੜਾ ਇਹ ਲੋਕਾਂ ਨੇ, ਉਹ ਇੱਕ ਵਾਰਡ ਦਾ ਕਨਵੇਨਰ ਹੈ ਨਾ, ਉਹਨੇ ਮੈਂ ਦੇਖਿਆ ਜੀ ਗੱਡੀ ਤੇ ਐਡੀ ਵੱਡੀ ਕਨਵੇਨਰ ਦੀ ਪਲੇਟ ਲੱਗੀ, ਸੁਭਾਨ ਅੱਲਾਹ, ਠੀਕ ਹੈ। ਉਹ ਇਜਾਜ਼ ਦੀ ਗੱਲ ਹੈ, ਮਤਲਬ ਇੱਕ ਵਾਰਡ ਦਾ ਜਾਂ ਇੱਕ ਸੂਬਾਈ ਹਲਕੇ ਦਾ PTI ਦਾ ਕਨਵੇਨਰ ਹੈ ਅਗਰ ਕੋਈ, ਤੇ ਉਹਨੇ ਵੀ ਆਪਣੀ ਐਡੀ ਵੱਡੀ ਸਬਜ਼ ਪਲੇਟ ਲਾਈ, ਠੀਕ ਹੈ। ਵੈਸੇ ਤਾਂ ਮਜਾਜ਼ ਨਹੀਂ ਸਬਜ਼ ਪਲੇਟ ਲਿਆ, ਹਾਂ ਵੈਸੇ ਤੇ ਉਹ ਜਿਹੜੇ ਨੇ ਉਹ ਚੂੰਕਿ ਫਾਇਦਾ ਉਠਾ ਰਹੇ ਨੇ ਇਸ ਸੈਟਅਪ ਤੋਂ, ਲਿਹਾਜ਼ਾ ਉਹਨਾਂ ਤੇ ਤਾਰੀਫ ਕਰਨੀ ਹੈ। ਇਹਦਾ ਮਤਲਬ ਇਹ ਹੋਇਆ ਕਿ ਗੱਲ ਮੁੱਕ ਗਈ ਹੈ ਔਰ ਦਾਣੇ ਵੀ ਮੁੱਕ ਗਏ ਨੇ ਤੇ ਛੋਲੇ ਵੀ ਤੇ ਸੱਤੂ ਵੀ ਤੇ ਹਰ ਸ਼ੈ ਮੁੱਕੀ ਪਈ ਹੈ। ਤੇ ਹੁਣ ਨਾ ਸਦਕਾ ਬਚਾਏਗਾ, ਨਾ ਬੱਕਰੇ ਬਚਾਣਗੇ, ਨਾ ਆਦਤ ਬਚਾਣਗੇ, ਤੇ ਨਾ ਚੰਨ ਗ੍ਰਹਿਣ ਅਗਾਂ ਪਿਛਾਂ, ਤੇ 19-20 ਜਿਹੜਾ ਇਹਦੇ ਨਾਲ ਵੀ ਨਹੀਂ ਬਚਣਾ। ਤੇ ਨਦੀਮ ਸਾਹਿਬ ਜੋ ਕਰਨਗੇ ਤੁਹਾਡੇ ਨਾਲ ਤੁਹਾਨੂੰ ਲੱਗ ਪਤਾ ਜਾਏਗਾ। ਆਪਣੇ ਯਾਰ, ਆਪਣੇ ਬੇਲੀ ਅਹਿਮਦ ਲਤੀਫ ਤੇ ਮੇਰੇ ਨਾਲ ਮੌਜੂਦ ਸਾਡਾ ਅਖਤਰ ਤਜ਼ੀਨ, ਸਾਨੂੰ ਦਿਓ ਇਜਾਜ਼ਤ। ਅੱਲਾ ਬੇਲੀ।